परम सन्मानयोग गुरुरू गुरु खालसा साध संगत जी। वाहिगुरु जी का खालसा वाहिगुरु जी की फतेह। प्राचीन काल तो ਭਾਰਤ ਵਿੱਚ ਅਨੇਕਾਂ ਪ੍ਰਭੂ ਪੂਜਾ ਦੇ ਢੰਗ ਰਹੇ ਹਨ। ਉਸ ਪਾਰ ਬ੍ਰਹਮ ਸ਼ਕਤੀ ਦੀ ਭਗਤੀ ਕਰਨ ਵਾਲੇ ਕੋਈ ਨਾ ਕੋਈ ਸਾਧਨ ਅਖਤਿਆਰ ਕਰ ਲੈਂਦੇ ਸਨ, ਜੈਸਾ ਕਿ ਉਸ ਦਾ ਗੁਰੂ ਸਿੱਖਿਆ ਦੇਣ ਵਾਲਾ ਉਪਦੇਸ਼ ਕਰਦਾ ਸੀ। ਭਾਵ ਤਾਂ ਪ੍ਰਭੂ ਜਸ ਗਾਉਣ ਦਾ ਸੀ। ਐਸੇ ਹੀ ਭਗਤਾਂ ਵਿੱਚ ਇੱਕ ਗੌਤਮ ਰਿਖੀ ਜੀ ਹੋਏ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 1390 ਉੱਪਰ ਗੁਰੂ ਜੀ ਦੁਆਰਾ ਇੱਕ ਸ਼ਬਦ ਲਿਖਿਆ ਹੈ, ਗੌਤਮ ਰਿਖ ਜਸ ਗਾਇਓ, ਜਿਸ ਦਾ ਭਾਵ ਅਰਥ ਇਹ ਹੈ ਕਿ ਗੌਤਮ ਰਿਖੀ ਨੇ ਜੈਸੇ ਪ੍ਰਭੂ ਦਾ ਜਸ ਗਾਇਆ ਸੀ, ਉਹ ਪ੍ਰਭੂ ਪਿਆਰਾ ਭਗਤ ਹੋਇਆ ਹੈ। ਪੁਰਾਣਾਂ ਵਿੱਚ ਤਿਸ ਦੀ ਇੱਕ ਕਥਾ ਆਉਂਦੀ ਹੈ, ਸੋ ਮਹਾਂਪੁਰਖਾਂ ਅਤੇ ਜਗਿਆਸੂਆਂ ਨੂੰ ਇਉਂ ਸੁਣਾਈ ਜਾਂਦੀ ਹੈ। ਗੌਤਮ ਜੀ ਸਾਲਗ੍ਰਾਮ ਸ਼ਿਵਲਿੰਗ ਦੇ ਪੁਜਾਰੀ ਸਨ। ਉਹਨਾਂ ਨੇ ਕਈ ਸਾਲ ਕਠਨ ਤਪੱਸਿਆ ਕੀਤੀ। ਸ਼ਿਵ ਜੀ ਮਹਾਰਾਜ ਉਹਨਾਂ 'ਤੇ ਕਿਰਪਾਲੂ ਹੋਏ ਅਤੇ ਵਰ ਦੇ ਦਿੱਤਾ, ਹੇ ਗੌਤਮ, ਜੋ ਮੰਗੇਗਾ ਸੋ ਮਿਲੇਗਾ, ਤੇਰੀ ਇੱਛਾ ਪੂਰਨ ਹੋਇਆ ਕਰੇਗੀ। ਇਹ ਵਰ ਲੈ ਕੇ ਗੌਤਮ ਖੁਸ਼ ਹੋ ਗਿਆ ਅਤੇ ਪ੍ਰਭੂ ਦੀ ਭਗਤੀ ਵਿੱਚ ਦਿਨ ਗੁਜ਼ਾਰਨ ਲੱਗਾ। ਦੇਵਨੇਤ ਨਾਲ ਇੱਕ ਦਿਨ ਗੌਤਮ ਨੂੰ ਪਤਾ ਲੱਗਾ ਕਿ ਮੁਦਗਲ ਦੀ ਕੰਨਿਆ, ਜਿਸ ਦਾ ਨਾਮ ਅਹਲਿਆ ਸੀ, ਉਸ ਦੀ ਸ਼ਾਦੀ ਹੋਣੀ ਸੀ ਅਤੇ ਸਵੰਬਰ ਰਚਿਆ ਜਾਣਾ ਸੀ। ਪਰ ਉਹ ਇੰਨੀ ਸੁੰਦਰ ਸੀ ਕਿ ਹਰ ਕੋਈ ਉਸ ਨੂੰ ਵਿਆਹੁਣਾ ਚਾਹੁੰਦਾ ਸੀ। ਇੰਦਰ ਵਰਗੀਆਂ ਮਹਾਨ ਸ਼ਕਤੀਆਂ ਵਾਲੇ ਦੇਵਤੇ ਵੀ ਤਿਆਰ ਸਨ। ਦੇਵਤਿਆਂ ਅਤੇ ਰਿਖੀਆਂ ਦੀ ਇੱਛਾ, ਉਹਨਾਂ ਦੇ ਕ੍ਰੋਧ ਨੂੰ ਦੇਖ ਕੇ ਮੁਦਗਲ ਨੇ ਬ੍ਰਹਮਾ ਕੋਲ ਬੇਨਤੀ ਕੀਤੀ, ਹੇ ਪ੍ਰਭੂ ਜੀ, ਮੇਰੀ ਕੰਨਿਆ ਦੇ ਸ਼ੁਭ ਕਾਰਜ ਬਦਲੇ ਇਸ ਤਰ੍ਹਾਂ ਯੁੱਧ ਹੋਣਾ ਠੀਕ ਨਹੀਂ। ਆਪ ਦਖਲ ਦੇ ਕੇ ਦੇਵਤਿਆਂ ਨੂੰ ਸਮਝਾਈਏ ਉਹ ਯੁੱਧ ਨਾ ਕਰਨ, ਕੋਈ ਹੋਰ ਹੱਲ ਸੋਚੋ। ਬ੍ਰਹਮਾ ਨੇ ਇਹ ਬੇਨਤੀ ਪ੍ਰਵਾਨ ਕਰ ਲਈ। ਉਹ ਆਪ ਸਾਲਸ ਬਣ ਬੈਠਾ ਅਤੇ ਉਸਨੇ ਸਾਰੇ ਦੇਵਤਿਆਂ ਅਤੇ ਰਿਖੀਆਂ ਮੁਨੀਆਂ ਨੂੰ, ਜੋ ਵਿਆਹ ਕਰਾਉਣ ਦੇ ਚਾਹਵਾਨ ਸਨ, ਇਕੱਠਿਆਂ ਕਰਕੇ ਕਿਹਾ, ਦੇਖੋ, ਮੁਦਗਲ ਦੀ ਕੰਨਿਆ ਸੁੰਦਰ ਹੈ, ਪਰ ਉਸਨੂੰ ਵਰ ਇੱਕ ਚਾਹੀਦਾ ਹੈ। ਤੁਸੀਂ ਸਾਰੇ ਚਾਹਵਾਨ ਹੋ, ਇਹ ਭੁੱਲ ਹੈ। ਜੇ ਸਵੰਬਰ ਮਰਿਆਦਾ 'ਤੇ ਚੱਲਣਾ ਹੀ ਹੈ ਤਾਂ ਤੁਸਾਂ ਵਿੱਚੋਂ ਜੋ 24 ਮਿੰਟਾਂ ਵਿੱਚ ਧਰਤੀ ਦਾ ਚੱਕਰ ਲਾਏ ਅਤੇ ਪਹਿਲਾਂ ਆਏ, ਉਸ ਨਾਲ ਅਹਲਿਆ ਵਿਆਹ ਦਿੱਤੀ ਜਾਏਗੀ। ਬ੍ਰਹਮਾ ਜੀ ਤੋਂ ਇਹ ਸ਼ਰਤ ਸੁਣ ਕੇ ਸਾਰੇ ਦੇਵਤੇ ਪਹਿਲਾਂ ਤਾਂ ਹੈਰਾਨ ਹੋਏ, ਮੁੜ ਸਾਰਿਆਂ ਨੇ ਆਪਣੇ ਆਪਣੇ ਤਪੋਬਲ ਅਤੇ ਮਾਣ ਕਰਕੇ ਇਹ ਸ਼ਰਤ ਪ੍ਰਵਾਨ ਕਰ ਲਈ। ਇੰਦਰ ਅਤੇ ਬ੍ਰਹਮਾ ਦੇ ਪੁੱਤਰਾਂ ਸਨਕ, ਸਨੰਦਨ ਅਤੇ ਸਨਾਤਨ ਨੂੰ ਬਹੁਤ ਮਾਣ ਸੀ। ਉਹਨਾਂ ਨੇ ਮਨ ਹੀ ਮਨ ਸੋਚ ਲਿਆ ਕਿ ਉਹ ਬਾਜ਼ੀ ਜਿੱਤ ਜਾਣਗੇ। ਤ੍ਰਿਲੋਕੀ ਦੀ ਪਰਿਕਰਮਾ ਕਰਨੀ ਉਹਨਾਂ ਲਈ ਕਠਿਨ ਨਹੀਂ ਹੈ। ਮੁਦਗਲ ਦੀ ਕੰਨਿਆ ਅਹਿਲਿਆ ਦੀ ਸੁੰਦਰਤਾ ਅਤੇ ਸ਼ੋਭਾ ਸੁਣ ਕੇ ਗੌਤਮ ਨੇ ਉਸ ਨੂੰ ਵਿਆਹੁਣ ਦੀ ਇੱਛਾ ਰੱਖੀ ਅਤੇ ਆਪਣੇ ਸਾਲਗ੍ਰਾਮ ਕੋਲ ਪ੍ਰਾਰਥਨਾ ਕੀਤੀ। ਸਾਲਗ੍ਰਾਮ ਪ੍ਰਗਟ ਹੋਇਆ ਅਤੇ ਉਸਨੇ ਕਿਹਾ, ਹੇ ਗੌਤਮ, ਜੇ ਤੁਸਾਂ ਦੀ ਐਸੀ ਇੱਛਾ ਹੈ ਤਾਂ ਪੂਰੀ ਹੋਏਗੀ। ਮੇਰੀ ਪਰਿਕਰਮਾ ਕਰ ਲਓ, ਬਸ ਤ੍ਰਿਲੋਕੀ ਦੀ ਪਰਿਕਰਮਾ ਹੋ ਜਾਏਗੀ। ਸਾਰਿਆਂ ਦੇ ਅੱਗੋਂ ਆਏ ਬ੍ਰਹਮਾ ਨੂੰ ਦਿਸੋਗੇ। ਸ਼ਰਤ ਦੀ ਦੌੜ ਸ਼ੁਰੂ ਹੋ ਗਈ। ਗੌਤਮ ਨੇ ਸਾਲਗ੍ਰਾਮ ਦੀ ਪਰਿਕਰਮਾ ਕਰ ਲਈ। ਉਧਰ ਇੰਦਰ ਅਤੇ ਹੋਰ ਦੇਵਤੇ ਜਦੋਂ ਪਰਿਕਰਮਾ ਕਰਨ ਲੱਗੇ ਤਾਂ ਉਹ ਬਹੁਤ ਤੇਜ਼ ਤੁਰੇ, ਹਵਾ ਨਾਲੋਂ ਵੀ ਤੇਜ਼। ਪਰ ਜਿਸ ਵੀ ਪੜਾਵ 'ਤੇ ਪੁੱਜਦੇ, ਉੱਥੇ ਹੀ ਗੌਤਮ ਹੁੰਦਾ। ਉਹ ਬੜੇ ਹੈਰਾਨ ਹੋਏ, ਗੁੱਸੇ ਵਿੱਚ ਮਾਰਨ ਵੀ ਦੌੜੇ, ਪਰ ਉਹ ਤਾਂ ਮਾਇਆ ਰੂਪ ਹੋ ਚੁੱਕਿਆ ਸੀ, ਇਸ ਲਈ ਕੋਈ ਤਾਕਤ ਉਸ ਨੂੰ ਨਸ਼ਟ ਨਹੀਂ ਸੀ ਕਰ ਸਕਦੀ। ਭਗਵਾਨ ਸਾਲਗ੍ਰਾਮ ਦੀ ਮਹਾਨ ਸ਼ਕਤੀ ਨਾਲ ਗੌਤਮ ਜੀ ਬ੍ਰਹਮਾ ਕੋਲ ਪਹਿਲਾਂ ਪੁੱਜ ਗਏ। ਬ੍ਰਹਮਾ ਖੁਸ਼ ਹੋ ਗਿਆ ਅਤੇ ਉਸਨੇ ਅਹਲਿਆ ਗੌਤਮ ਨੂੰ ਦੇਣ ਦਾ ਫੈਸਲਾ ਕਰ ਦਿੱਤਾ। ਇਹ ਸੁਣ ਦੇਖ ਕੇ ਦੇਵਤੇ ਨਿਰਾਸ਼ ਅਤੇ ਨਾਰਾਜ਼ ਹੋ ਗਏ ਅਤੇ ਉਹਨਾਂ ਨੇ ਈਰਖਾ ਕੀਤੀ। ਜ਼ਬਰਦਸਤੀ ਖੋਹ ਲੈਣ ਦਾ ਵੀ ਫੈਸਲਾ ਕੀਤਾ, ਪਰ ਬ੍ਰਹਮਾ ਦੀ ਸ਼ਕਤੀ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਗਈ। ਉਹ ਆਪੋ ਆਪਣੇ ਸਥਾਨਾਂ ਉੱਤੇ ਚਲੇ ਗਏ। ਗੌਤਮ ਅਹਿਲਿਆ ਨੂੰ ਲੈ ਕੇ ਆਪਣੇ ਆਸ਼ਰਮ ਵਿੱਚ ਲੈ ਆਇਆ। ਉਸ ਦਾ ਆਸ਼ਰਮ ਗੰਗਾ ਦੇ ਕਿਨਾਰੇ ਸੀ। ਉਹ ਮੁੜ ਤਪੱਸਿਆ ਕਰਨ ਲੱਗਾ। ਉਸ ਦੀ ਮਹਿਮਾ ਦੂਰ ਦੂਰ ਤੱਕ ਖਿਲਰ ਗਈ। ਇੱਕ ਸਮੇਂ ਦੇਸ਼ ਵਿੱਚ ਕਾਲ ਪੈ ਗਿਆ।
ਇੰਦਰ ਦੇਵਤਾ ਨਾਰਾਜ਼ ਹੋ ਗਿਆ। ਮੀਂਹ ਨਾ ਵਰਿਆ, ਸਾਰੀ ਧਰਤੀ ਬਲ ਉੱਠੀ। ਸਾਧੂ ਸੰਤ ਬ੍ਰਾਹਮਣ ਤੇ ਹੋਰ ਲੋਕ ਬਹੁਤ ਤੰਗ ਹੋਏ। ਉਹਨਾਂ ਦੀ ਤੰਗੀ ਨੂੰ ਦੇਖ ਕੇ ਦਇਆਵਾਨ ਗੌਤਮ ਦਾ ਦਿਲ ਦੁਖੀ ਹੋਇਆ। ਉਸਨੇ ਸਾਲਗ੍ਰਾਮ ਦੀ ਪੂਜਾ ਕੀਤੀ, ਬੇਨਤੀ ਕੀਤੀ ਕਿ ਭਗਵਾਨ ਸਾਲਗ੍ਰਾਮ ਬਲ ਬਖਸ਼ਣ, ਉਹ ਲੰਗਰ ਲਾਉਣਗੇ। ਭਗਵਾਨ ਸਾਲਗ੍ਰਾਮ ਨੇ ਬੇਨਤੀ ਪ੍ਰਵਾਨ ਕਰ ਲਈ ਤੇ ਗੌਤਮ ਨੇ ਲੰਗਰ ਲਾ ਦਿੱਤਾ। ਐਸੀ ਬਰਕਤ ਪਈ ਕਿ ਅੰਨ ਦਾ ਘਾਟਾ ਨਾ ਰਿਹਾ। ਹਰ ਕੋਈ ਮਨ ਭਾਉਂਦਾ ਖਾਣ ਲੱਗਾ। ਗੌਤਮ ਦਾ ਜਸ ਤ੍ਰਿਲੋਕੀ ਵਿੱਚ ਖਿਲਰ ਗਿਆ। ਉਸ ਜਸ ਨੂੰ ਸੁਣ ਦੇਖ ਕੇ ਇੰਦਰ ਦੇਵਤਾ ਤੜਪ ਉੱਠਿਆ। ਉਸ ਨੂੰ ਪਹਿਲਾਂ ਅਹਿਲਿਆ ਦਾ ਗੁੱਸਾ ਸੀ। ਉਸਨੇ ਮਾਇਆ ਸ਼ਕਤੀ ਤੋਂ ਕੰਮ ਲੈਣਾ ਚਾਹਿਆ। ਮਾਇਆ ਸ਼ਕਤੀ ਨਾਲ ਇੱਕ ਗਊ ਬਣਾਈ। ਉਸ ਗਊ ਵਿੱਚ ਇਹ ਫਰਕ ਰੱਖਿਆ ਕਿ ਜਦੋਂ ਗੌਤਮ ਹੱਥ ਲਾਏਗਾ ਤਾਂ ਉਹ ਮਰ ਜਾਏਗੀ। ਉਹ ਗਊ ਬਣੀ, ਗੌਤਮ ਦੇ ਆਸ਼ਰਮ ਵਿੱਚ ਪਹੁੰਚੀ। ਉੱਧਰੋਂ ਗੌਤਮ ਬਾਹਰ ਆਇਆ। ਉਸਨੇ ਗਊ ਨੂੰ ਮੋੜਨ ਲਈ ਹੱਥ ਲਾਇਆ ਤਾਂ ਉਹ ਧਰਤੀ ਉੱਤੇ ਡਿੱਗ ਪਈ ਤੇ ਉੱਥੇ ਹੀ ਮਰ ਗਈ। ਇੰਦਰ ਦੀ ਚਾਲ ਅਨੁਸਾਰ ਬ੍ਰਾਹਮਣਾਂ ਨੇ ਰੌਲਾ ਪਾ ਦਿੱਤਾ, ਰਿਖੀ ਗੌਤਮ ਕੋਲੋਂ ਗਊ ਹੱਤਿਆ ਹੋ ਗਈ ਹੈ, ਉਸ ਨੂੰ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ। ਪਰ ਸਾਲਗ੍ਰਾਮ ਦੀ ਕਿਰਪਾ ਨਾਲ ਗੌਤਮ ਨੂੰ ਪਤਾ ਲੱਗ ਗਿਆ ਕਿ ਉਹ ਇੰਦਰ ਦੀ ਚਾਲ ਸੀ। ਉਸਨੇ ਝੂਠੇ ਬ੍ਰਾਹਮਣਾਂ ਨੂੰ ਸ਼ਰਾਪ ਦਿੱਤਾ ਤੇ ਆਖਿਆ, ਜਾਓ, ਤੁਸੀਂ ਕਦੇ ਨਹੀਂ ਰੱਜੋਗੇ, ਤੁਸਾਂ ਦੀ ਭੁੱਖ ਜਨਮ ਜਨਮ ਦੀ ਰਹੇਗੀ। ਇਹ ਸ਼ਰਾਪ ਲੈ ਕੇ ਬ੍ਰਾਹਮਣ ਬਹੁਤ ਦੁਖੀ ਹੋਏ ਤੇ ਗੌਤਮ ਨੇ ਭੋਜਨ ਬੰਦ ਕਰ ਦਿੱਤਾ। ਇਸ ਤਰ੍ਹਾਂ ਗੌਤਮ ਦਾ ਜਸ ਹੁੰਦਾ ਗਿਆ ਤੇ ਉਹ ਅਹਲਿਆ ਨਾਲ ਜੀਵਨ ਬਤੀਤ ਕਰਦਾ ਰਿਹਾ। ਉਸ ਦੇ ਘਰ ਇੱਕ ਕੰਨਿਆ ਨੇ ਜਨਮ ਲਿਆ। ਉਹ ਕੰਨਿਆ ਵੀ ਰੂਪਵਤੀ ਸੀ ਤੇ ਬਾਲੜੀ ਸੀ। ਉਹ ਆਸ਼ਰਮ ਵਿੱਚ ਖੇਡ ਕੇ ਪਲਣ ਲੱਗੀ। ਇੰਦਰ ਨੇ ਹੱਠ ਨਾ ਛੱਡਿਆ। ਉਹ ਅਹਿਲਿਆ ਪਿੱਛੇ ਲੱਗਾ ਰਿਹਾ। ਉਹ ਤਾਂ ਪ੍ਰੇਮ ਲੀਲਾ ਕਰਨ ਲਈ ਉਤਾਵਲਾ ਸੀ। ਵਾਸ਼ਨਾ ਦੀ ਜਵਾਲਾ ਉਸ ਨੂੰ ਦੁਖੀ ਕਰਦੀ ਸੀ। ਉਸ ਦੇ ਇਸ ਵਿਆਕੁਲਪਨ ਬਾਬਤ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ। ਗੌਤਮ ਨਾਰ ਅਹਿਲਿਆ ਤਿਸ ਨੂੰ ਦੇਖ ਇੰਦਰ ਲੋਭਾਣਾ, ਪਰ ਘਰ ਜਾਏ ਸਰਾਪ ਲੈ, ਹੋਏ ਸਹਿਸ ਭਗ ਪਛੁਤਾਣਾ। ਸੁੰਨਾ ਹੋਇਆ ਇੰਦਰ ਲੋਕ, ਲੁਕਿਆ ਸਰਵਰ ਮਨ ਸਰਮਾਣਾ। ਸਹਿਸ ਭਗੋ ਲੋਇਣ, ਸਹਿਸ ਲੈਂਦੋਈ, ਇੰਦਰਪੁਰੀ ਸਿਧਾਣਾ। ਸਤੀ ਸਤੋ ਟਲ ਸਿਲਾ ਹੋਏ, ਨਦੀ ਕਿਨਾਰੇ ਬਾਜ ਪ੍ਰਾਣਾ। ਰਗਪਤ ਚਰਨ ਛੂੰਦਿਆਂ, ਚੱਲੀ ਸੁਰਗਪੁਰ ਬਣੇ ਬਿਬਾਣਾ। ਭਗਤ ਵਛਲ ਭਲਿਆਈ ਹੋਂ, ਪਤਿਤ ਉਦਾਹਰਣ ਪਾਪ ਕਮਾਣਾ। ਗੁਣ ਨੌ ਗੁਣ ਸਭ ਕੋ ਕਰੈ, ਔਗਣ ਕੀਤੇ ਗੁਣ ਤਿਸ ਜਾਣਾ। ਅਬਗਤ ਗਤ ਕਿਆ ਆਖ ਵਖਾਣਾ। ਭਾਈ ਗੁਰਦਾਸ ਜੀ ਅਹਿਲਿਆ ਦੀ ਕਥਾ ਦੱਸਦੇ ਹੋਏ ਆਖਦੇ ਹਨ ਕਿ ਅਹਿਲਿਆ ਦੀ ਸੁੰਦਰਤਾ ਦੇਖ ਕੇ ਇੰਦਰ ਲੋਭ ਵਿੱਚ ਆ ਗਿਆ ਸੀ। ਉਸ ਨੂੰ ਕਈਆਂ ਸਿਆਣਿਆਂ ਨੇ ਸਮਝਾਇਆ, ਹੇ ਇੰਦਰ, ਪਰ ਨਾਰੀ ਦਾ ਭੋਗ ਮਨੁੱਖ ਨੂੰ ਨਰਕ ਦਾ ਭਾਗੀ ਬਣਾਉਂਦਾ ਹੈ। ਇਹ ਕਦੀ ਖਿਆਲ ਨਹੀਂ ਕਰਨਾ ਚਾਹੀਦਾ। ਤੁਸਾਂ ਦੀਆਂ ਆਪਣੀਆਂ ਅਨੇਕ ਰਾਣੀਆਂ ਹਨ। ਸਾਰੀ ਇੰਦਰਪੁਰੀ ਨਾਰੀ ਸੁੰਦਰਤਾ ਨਾਲ ਭਰੀ ਪਈ ਹੈ। ਧੋਖਾ ਵੀ ਨਹੀਂ ਦੇਣਾ ਚਾਹੀਦਾ। ਪਤੀਬ੍ਰਤਾ ਨਾਰੀ ਇੱਕ ਮਹਾਨ ਸ਼ਕਤੀ ਹੈ। ਪਰ ਜਦੋਂ ਇੰਦਰ ਨੇ ਨਾ ਹੀ ਜਿੱਦ ਛੱਡੀ ਤਾਂ ਉਸ ਦੇ ਇੱਕ ਮਾੜੇ ਸਲਾਹਕਾਰ ਨੇ ਇਉਂ ਆਖ ਦਿੱਤਾ, ਗੌਤਮ ਜਿਸ ਸਮੇਂ ਗੰਗਾ ਇਸ਼ਨਾਨ ਜਾਂਦਾ ਹੈ ਤਦੋਂ ਪੂਜਾ ਪਾਠ ਦਾ ਵੇਲਾ ਹੁੰਦਾ ਹੈ। ਉਸ ਵੇਲੇ ਭੋਗ ਵਿਲਾਸ ਨਹੀਂ ਕੀਤੇ ਜਾਂਦੇ, ਪ੍ਰਭੂ ਦਾ ਜਸ ਗਾਇਆ ਜਾਂਦਾ ਹੈ। ਚੰਗਾ ਤਾਂ ਇਹ ਹੈ ਕਿ ਮਾਇਆ ਸ਼ਕਤੀ ਨਾਲ ਕੁੱਕੜ ਤੇ ਚੰਦਰਮਾ ਕੋਲੋਂ ਸਹਾਇਤਾ ਮੰਗੋ। ਇੰਦਰ ਨੇ ਪੁੱਛਿਆ, ਉਹ ਕੀ ਸਹਾਇਤਾ ਕਰਨਗੇ? ਉਸ ਬਾਬਤ ਮੈਨੂੰ ਕੁਝ ਗਿਆਨ ਕਰਾਓ। ਇੰਦਰ ਦੀ ਗੱਲ ਸੁਣ ਕੇ ਉਸ ਪੁਰਸ਼ ਨੇ ਕਿਹਾ, ਕੁੱਕੜ ਦੀ ਬਾਂਗ ਨਾਲ ਗੌਤਮ ਜਾਗਦਾ ਹੈ ਤੇ ਚੰਦ ਚੜ੍ਹਨ 'ਤੇ ਉਹ ਗੰਗਾ ਇਸ਼ਨਾਨ ਕਰਨ ਜਾਂਦਾ ਹੈ। ਜੇ ਕੁੱਕੜ ਪਹਿਲਾਂ ਬਾਂਗ ਦੇਵੇ ਅਤੇ ਚੰਦਰਮਾ ਪਹਿਲਾਂ ਚੜ੍ਹੇ, ਉਹ ਗੰਗਾ ਇਸ਼ਨਾਨ ਕਰਨ ਚਲਿਆ ਜਾਏਗਾ। ਇਉਂ ਤੁਸਾਂ ਦਾ ਦਾਅ ਲੱਗ ਜਾਏਗਾ। ਇੰਦਰ ਉਸ ਦੀ ਗੱਲ ਸੁਣ ਕੇ ਬੜੀ ਖੁਸ਼ੀ ਨਾਲ ਬੋਲਿਆ, ਇਹ ਵਿਉਂਤ ਠੀਕ ਹੈ। ਮੈਂ ਹੁਣੇ ਹੀ ਕੁੱਕੜ ਤੇ ਚੰਦਰਮਾ ਕੋਲੋਂ ਸਹਾਇਤਾ ਲੈਂਦਾ ਹਾਂ। ਉਹਨਾਂ ਨਾਲ ਗੱਲ ਕਰਦਾ ਹਾਂ, ਜ਼ਰੂਰ ਮੇਰੀ ਮਦਦ ਕਰਨਗੇ। ਐਸਾ ਹੌਸਲਾ ਕਰਕੇ ਇੰਦਰ ਕੁੱਕੜ ਤੇ ਚੰਦਰਮਾ ਕੋਲ ਪੁੱਜ ਗਿਆ। ਉਹਨਾਂ ਨੂੰ ਸਾਰੀ ਹਕੀਕਤ ਦੱਸੀ ਤੇ ਪਾਪਾਂ ਦੇ ਭਾਗੀ ਬਣਾਇਆ। ਉਹ ਦੋਵੇਂ ਗੱਲਾਂ ਕਰਨ ਨੂੰ ਤਿਆਰ ਹੋ ਗਏ। ਉਹਨਾਂ ਦੀ ਬੁੱਧ ਵੀ ਭ੍ਰਿਸ਼ਟ ਹੋ ਗਈ। ਰਾਤ ਮਿਥੀ ਗਈ।
ਉਸ ਮਿੱਥੀ ਰਾਤ ਨੂੰ ਕੁੱਕੜ ਨੇ ਅੱਧੀ ਰਾਤ ਹੀ ਬਾਂਗ ਦੇ ਦਿੱਤੀ ਤੇ ਚੰਦ ਵੀ ਚੜ੍ਹ ਪਿਆ। ਗੌਤਮ ਨੇ ਕੁੱਕੜ ਦੀ ਬਾਂਗ ਸੁਣੀ ਤਾਂ ਪਰਨਾ ਧੋਤੀ ਚੁੱਕ ਕੇ ਗੰਗਾ ਇਸ਼ਨਾਨ ਕਰਨ ਲਈ ਤੁਰ ਪਿਆ। ਅਸਲ ਵਿੱਚ ਗੰਗਾ ਇਸ਼ਨਾਨ ਕਰਨ ਦਾ ਸਮਾਂ ਨਹੀਂ ਸੀ ਹੋਇਆ, ਉਹ ਚਲਾ ਗਿਆ। ਜਦੋਂ ਗੰਗਾ ਇਸ਼ਨਾਨ ਕਰਨ ਲੱਗਾ ਤਾਂ ਅੱਗੋਂ ਭਾਖਿਆ ਮਿਲੀ, ਹੇ ਰਿਖੀ ਗੌਤਮ, ਕੁਵੇਲੇ ਆ ਕੇ ਇਸ਼ਨਾਨ ਕਰਨ ਲੱਗਾ ਹੈ, ਤੇਰੇ ਘਰ ਚੋਰ ਲੱਗੇ ਹਨ, ਤੇਰੇ ਨਾਲ ਧੋਖਾ ਹੋਇਆ ਹੈ, ਜਾ ਮੁੜ ਜਾ ਤੇ ਘਰ ਦੀ ਖਬਰ ਲੈ, ਇਹ ਠੀਕ ਨਹੀਂ ਕੀਤਾ। ਐਸੀ ਭਾਖਿਆ ਸੁਣ ਕੇ ਗੌਤਮ ਵਾਪਸ ਤੁਰ ਪਿਆ, ਪਰ ਉਸਦੇ ਜਾਣ ਪਿੱਛੋਂ ਇੰਦਰ ਨੇ ਬਿੱਲੇ ਦਾ ਰੂਪ ਧਾਰਨ ਕੀਤਾ ਸੀ। ਬਿੱਲੇ ਦਾ ਰੂਪ ਧਾਰਨ ਕਰਨ ਦਾ ਇਹ ਕਾਰਨ ਸੀ ਕਿ ਗੌਤਮ ਅਹਿਲਿਆ ਦਾ ਵਸਾ ਨਹੀਂ ਸੀ ਖਾਂਦਾ, ਕਿਉਂਕਿ ਦੇਵਤੇ ਉਸਦੇ ਪਿੱਛੇ ਪਏ ਸਨ। ਉਹ ਇਸ਼ਨਾਨ ਕਰਨ ਗਿਆ ਕੁਟੀਆ ਦੇ ਸਾਹਮਣੇ ਦਰਵਾਜ਼ੇ ਵਿੱਚ ਆਪਣੀ ਲੜਕੀ ਅੰਜਨੀ ਨੂੰ ਬਿਠਾ ਜਾਂਦਾ ਸੀ। ਇੰਦਰ ਨੇ ਜਦੋਂ ਦੇਖਿਆ ਅੰਜਨੀ ਬੂਹੇ ਅੱਗੇ ਬੈਠੀ ਹੈ ਤੇ ਪੁੱਛੇਗੀ ਕੌਣ ਹੈ, ਤਾਂ ਉਸਨੇ ਬਿੱਲੇ ਦਾ ਰੂਪ ਧਾਰਨ ਕਰ ਲਿਆ ਤੇ ਅੰਦਰ ਲੰਘ ਗਿਆ। ਅੰਜਨੀ ਨੇ ਕੋਈ ਖਿਆਲ ਨਾ ਕੀਤਾ। ਕੁਝ ਇੰਦਰ ਦੀ ਮਾਇਆ ਸ਼ਕਤੀ ਨਾਲ ਉਸ ਨੂੰ ਊਂਘ ਆ ਗਈ, ਉਹ ਬੈਠੀ ਰਹੀ। ਅੰਦਰ ਪ੍ਰਵੇਸ਼ ਕਰਕੇ ਇੰਦਰ ਨੇ ਆਪਣੀ ਸ਼ਕਲ ਗੌਤਮ ਦੀ ਸ਼ਕਲ ਵਰਗੀ ਬਣਾ ਲਈ। ਅਹਿਲਿਆ ਨੂੰ ਕੋਈ ਪਤਾ ਨਾ ਲੱਗਾ। ਇੰਦਰ ਅਹਿਲਿਆ ਨਾਲ ਪ੍ਰੇਮ ਕ੍ਰੀੜਾ ਕਰਨ ਲੱਗ ਪਿਆ। ਉਹ ਅਜੇ ਅੰਦਰ ਹੀ ਸੀ ਕਿ ਬਾਹਰੋਂ ਗੌਤਮ ਆ ਗਿਆ। ਅੰਦਰ ਕੌਣ ਹੈ? ਅੰਜਨੀ ਨੂੰ ਗੌਤਮ ਨੇ ਪੁੱਛਿਆ। ਉਸ ਵੇਲੇ ਗੌਤਮ ਦੇ ਨੇਤਰ ਗੁੱਸੇ ਨਾਲ ਲਾਲ ਸਨ, ਉਹ ਬਹੁਤ ਵਿਆਕੁਲ ਸੀ। ਅੰਜਨੀ ਨੇ ਉੱਤਰ ਦਿੱਤਾ, ਮਾਂ-ਜਾਰ। ਇਸ ਦੇ ਦੋ ਅਰਥ ਹਨ, ਇੱਕ ਤਾਂ ਹੈ ਮਾਂ ਦਾ ਯਾਰ ਤੇ ਦੂਸਰਾ ਬਿੱਲਾ। ਉਹ ਕੁਝ ਘਬਰਾ ਗਈ। ਗੌਤਮ ਅੰਦਰ ਚਲਾ ਗਿਆ। ਉਸਨੇ ਦੇਖਿਆ ਇੰਦਰ ਉਸ ਦਾ ਰੂਪ ਧਾਰਨ ਕਰਕੇ ਨਗਨ ਰੂਪ ਵਿੱਚ ਅਹਿਲਿਆ ਕੋਲ ਬੈਠਾ ਸੀ। ਉਸ ਦੀ ਕਰਤੂਤ ਦੇਖ ਕੇ ਰਿਖੀ ਨੇ ਆਪਣੇ ਭਗਵਾਨ ਸਾਲਗ੍ਰਾਮ ਨੂੰ ਯਾਦ ਕੀਤਾ ਤੇ ਸਰਾਪ ਦਿੱਤਾ, ਹੇ ਇੰਦਰ, ਇੱਕ ਪੱਗ ਬਦਲੇ ਤੂੰ ਪਾਪੀ ਬਣਿਆ ਹੈ। ਹੇ ਪਾਪੀਆ, ਜਾਂ ਤੇਰੇ ਸਰੀਰ ਤੇ 1000 ਪੱਗ ਹੋਏਗੀ, ਦੁਖੀ ਹੋਏਗਾ ਤੇ ਪਾਪ ਦਾ ਫਲ ਭੋਗੇਗਾ। ਉਸ ਦੀ ਇਹ ਗੱਲ ਸੁਣ ਕੇ ਇੰਦਰ ਘਬਰਾ ਗਿਆ, ਪਰ ਸਰਾਪ ਪ੍ਰਗਟ ਹੋ ਗਿਆ। ਉਸ ਦਾ ਸਰੀਰ ਫੁੱਟ ਗਿਆ। 1000 ਪੱਗ ਨਜ਼ਰ ਆਉਣ ਲੱਗੀ। ਸ਼ਰਮ ਦਾ ਮਾਰਿਆ ਲੁਕਦਾ ਫਿਰਨ ਲੱਗਾ। ਇੰਦਰ ਵੱਲੋਂ ਧਿਆਨ ਹਟਾ ਕੇ ਗੌਤਮ ਨੇ ਚੰਦਰਮਾ ਨੂੰ ਸਰਾਪ ਦਿੱਤਾ, ਤੂੰ ਧਰਮੀ ਸੀ, ਜਗਤ ਨੂੰ ਰੌਸ਼ਨੀ ਕਰਨ ਵਾਲਾ ਸੀ, ਚੋਰ ਦਾ ਸਾਥ ਦਿੱਤਾ ਹੈ, ਇਸ ਲਈ ਚੜ੍ਹਦਾ ਡੁੱਬਦਾ ਰਹੇਗਾ। ਸਿਰਫ ਇੱਕ ਦਿਨ ਸੰਪੂਰਨ ਕਲਾ ਹੋਏਗੀ, ਜਦ ਕਿ ਪਹਿਲਾਂ ਚੰਦ ਸੰਪੂਰਨ ਕਲਾ ਰਹਿੰਦਾ ਸੀ। ਉਸੇ ਵੇਲੇ ਚੰਦਰਮਾ ਦੀਆਂ ਕਲਾਂ ਘਟ ਗਈਆਂ, ਉਹ ਕਦੇ ਵੀ ਪੂਰਾ ਨਾ ਚੜ੍ਹਿਆ। ਕੁੱਕੜ ਨੂੰ ਸਰਾਪ ਦਿੱਤਾ, ਕਲਯੁਗ ਵਿੱਚ ਕੁਵੇਲੇ ਬਾਂਗ ਦਿਆ ਕਰੇਗਾ, ਤੇਰੀ ਬਾਂਗ ਉੱਤੇ ਕੋਈ ਵੀ ਭਰੋਸਾ ਨਹੀਂ ਕਰੇਗਾ। ਗੌਤਮ ਰਿਖੀ ਜਦੋਂ ਸਾਰਿਆਂ ਨੂੰ ਸਰਾਪ ਦੇ ਚੁੱਕਿਆ ਤਾਂ ਮੁੜ ਕੇ ਵਾਰੀ ਅਹਿਲਿਆ ਦੀ ਆ ਗਈ। ਉਸ ਵੇਲੇ ਗੌਤਮ ਨੇ ਤੱਕਿਆ, ਇੱਕ ਅਤੀ ਸੁੰਦਰ ਨਾਰੀ, ਜਿਸ ਦੇ ਸਮਾਨ ਕੋਈ ਨਾਰੀ ਨਹੀਂ ਸੀ, ਉਸ ਨੂੰ ਵੀ ਗੌਤਮ ਨੇ ਸਰਾਪ ਦਿੱਤਾ। ਹੇ ਅਹਿਲਿਆ, ਤੂੰ ਇੱਕ ਪਤੀਵ੍ਰਤਾ ਇਸਤਰੀ ਸੀ, ਤੇਰੀ ਬੁੱਧ ਭ੍ਰਿਸ਼ਟ ਹੋਈ, ਆਪਣੇ ਤੇ ਪਰਾਏ ਮਰਦ ਦੀ ਪਛਾਣ ਨਾ ਕਰ ਸਕੀ, ਸਿੱਲ ਵਾਂਗ ਲੇਟੀ ਰਹੀ। ਜਾਂ ਤੂੰ ਸਿੱਲ ਦਾ ਰੂਪ ਧਾਰਨ ਕਰ ਲਵੇਂਗੀ, ਤੇਰੀ ਕਲਿਆਣ ਨਹੀਂ ਹੋਵੇਗੀ। ਅੱਗੇ ਤੋਂ ਨਾਰੀ ਦਾ ਧਰਮ ਕਮਜ਼ੋਰ ਹੋ ਜਾਏਗਾ, ਕਲਯੁਗ ਵਿੱਚ ਨਾਰੀ ਬਦਨਾਮ ਹੋਵੇਗੀ। ਜਦੋਂ ਇਹ ਸਰਾਪ ਅਹਿਲਿਆ ਨੇ ਸੁਣਿਆ, ਹੱਥ ਜੋੜ ਕੇ ਤਰਲਾ ਕੀਤਾ, ਹੇ ਪ੍ਰਭੂ ਜੀ, ਮੇਰਾ ਕੋਈ ਦੋਸ਼ ਨਹੀਂ, ਮੈਂ ਤੁਸਾਂ ਦਾ ਰੂਪ ਦੇਖਿਆ, ਮੈਨੂੰ ਖਿਮਾ ਬਖਸ਼ੋ, ਮੇਰੇ ਨਾਲ ਧੋਖਾ ਹੋਇਆ ਹੈ, ਮੈਂ ਤਾਂ ਦਾਸੀ ਹਾਂ। ਅਹਿਲਿਆ ਦਾ ਤਰਲਾ ਤੇ ਰੋਣਾ ਸੁਣ ਕੇ ਗੌਤਮ ਨੇ ਦੂਸਰਾ ਵਚਨ ਕੀਤਾ, ਸਿੱਲ ਰੂਪ ਵਿੱਚ ਕੁਝ ਕਾਲ ਰਹਿਣਾ ਪਵੇਗਾ। ਜਿੰਨਾ ਚਿਰ ਸ਼੍ਰੀ ਰਾਮਚੰਦਰ ਜੀ ਅਵਤਾਰ ਧਾਰਨ ਨਹੀਂ ਕਰਦੇ, ਉਹਨਾਂ ਦੇ ਅਵਤਾਰ ਧਾਰਨ ਤੇ ਉਹਨਾਂ ਦੀ ਪਵਿੱਤਰ ਚਰਨ ਛੋਹ ਨਾਲ ਮੁੜ ਨਾਰੀ ਰੂਪ ਧਾਰਨ ਕਰੇਗੀ ਤੇ ਕਲਿਆਣ ਹੋਏਗੀ। ਆਸ਼ਰਮ ਵਿੱਚੋਂ ਨਿਕਲ ਕੇ ਅਹਿਲਿਆ ਗੰਗਾ ਕਿਨਾਰੇ ਪੁੱਜੀ ਤਾਂ ਉਸ ਦਾ ਸਰੀਰ ਸਿੱਲ ਪੱਥਰ ਹੋ ਗਿਆ। ਉਹ ਸਰਾਪ ਵਿੱਚ ਸੁੱਤੀ ਰਹੀ। ਅਹਿਲਿਆ ਕਿੰਨਾ ਚਿਰ ਸਿੱਲ ਪੱਥਰ ਰਹੀ। ਸ਼੍ਰੀ ਰਾਮਚੰਦਰ ਜੀ ਨੇ ਅਯੋਧਿਆਪੁਰੀ ਵਿੱਚ ਜਨਮ ਲਿਆ। ਸ਼੍ਰੀ ਲਛਮਣ ਭਾਈ ਦੇ ਨਾਲ, ਵਿਸ਼ਵਾਮਿੱਤਰ ਦੇ ਨਾਲ ਜਦੋਂ ਤਪੋਵਨ ਨੂੰ ਆਏ ਤਾਂ ਉਹਨਾਂ ਦੇ ਚਰਨਾਂ ਦੀ ਛੂਹ ਨਾਲ ਅਹਿਲਿਆ ਮੁੜ ਇਸਤਰੀ ਰੂਪ ਵਿੱਚ ਆ ਗਈ।
ਉਧਰ ਬ੍ਰਹਸਪਤੀ ਦੇ ਕਹਿਣ 'ਤੇ ਇੰਦਰ ਮੁੜ ਗੌਤਮ ਕੋਲ ਪੁੱਜਾ। ਉਸਨੇ ਖਿਮਾ ਮੰਗੀ, ਨੱਕ ਰਗੜੇ ਕਿ ਮੁੜ ਪਰ ਨਾਰੀ ਵੱਲ ਨਹੀਂ ਤੱਕੇਗਾ ਤਾਂ ਉਸਦਾ ਰੋਗੀ ਸਰੀਰ ਠੀਕ ਹੋਇਆ। ਸੋ ਸਾਧ ਸੰਗਤ ਜੀ, ਇਹ ਹੈ ਗੌਤਮ ਤੇ ਅਹਿਲਿਆ ਦੀ ਕਥਾ, ਜਿਹੜੀ ਇਸਤਰੀ ਪੁਰਸ਼ਾਂ ਨੂੰ ਪੜ੍ਹ ਕੇ ਸਮਝਣੀ ਚਾਹੀਦੀ ਹੈ। ਗੌਤਮ ਨਾਰ ਅਹਿਲਿਆ ਤਾਰੀ, ਪਾਵਨ ਕੇਤਕ ਤਾਰੀਅਲੇ। ਇਸ ਪਾਵਨ ਸ਼ਬਦ ਵਿੱਚ ਭਗਤ ਨਾਮਦੇਵ ਜੀ ਫਰਮਾ ਰਹੇ ਹਨ, ਹੇ ਬੀਠਲ, ਗੌਤਮ ਰਿਸ਼ੀ ਦੀ ਵਹੁਟੀ ਅਹਿਲਿਆ ਨੂੰ, ਜੋ ਰਿਸ਼ੀ ਦੇ ਸਰਾਪ ਨਾਲ ਸਿਲਾ ਬਣ ਗਈ ਸੀ, ਤੂੰ ਹੀ ਮੁਕਤ ਕੀਤਾ ਸੀ। ਹੇ ਮਾਧੋ, ਤੂੰ ਅਨੇਕਾਂ ਪਤਿਤਾਂ ਨੂੰ ਪਵਿੱਤਰ ਕੀਤਾ ਤੇ ਤਾਰਿਆ ਹੈ। ਮੈਂ ਨਾਮਦੇਵ ਇੱਕ ਬੜਾ ਨੀਚ ਹਾਂ ਤੇ ਨੀਵੀਂ ਜਾਤ ਵਾਲਾ ਹਾਂ। ਐਸਾ ਅਧਮ ਅਜਾਤ ਨਾਮ ਦਿਓ, ਤਉ ਸਰਨਾਗਤ ਆਈਅਲੇ। ਮੈਂ ਨਾਮਦੇਵ ਵੀ ਇੱਕ ਬੜਾ ਨੀਚ ਹਾਂ ਤੇ ਨੀਵੀਂ ਜਾਤ ਵਾਲਾ ਹਾਂ। ਮੈਂ ਤੇਰੀ ਸ਼ਰਨ ਆਇਆ ਹਾਂ, ਮੇਰੀ ਵੀ ਬਹੁੜੀ ਕਰ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।